ਅਗਲੀ ਖਬਰ ਦੇ ਵੱਲ ਵਧੀਏ ਤੇ ਜਿਹੜੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਅੰਟੋਨੀਓ ਗੁਟਰੇਸ ਉਹਨਾਂ ਨੇ ਕਿਹਾ ਕਿ ਜਿਹੜਾ G20 ਸੰਮੇਲਨ ਕਰਜ਼ਾ ਰਾਹਤ ਤੇ ਕਾਰਵਾਈ ਕਰਨ ਤੇ ਹੋ ਰਿਹਾ ਤੇ ਇਹ ਆਲਮੀ ਵਿੱਤੀ ਪ੍ਰਣਾਲੀ ਦੇ ਵਿੱਚ ਸੁਧਾਰ ਕਰਨ ਦਾ ਵੱਡਾ ਮੌਕਾ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਗੰਭੀਰ ਕਰਜ਼ਾ ਸੰਕਟ ਆ ਜਿਹੜਾ ਇਸ ਵੇਲੇ ਦੁਨੀਆ ਤੇ ਛਾਇਆ ਹੋਇਆ। ਆਲਮੀ ਕਰਜ਼ਿਆਂ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਜਾਰੀ ਹੋਣ ਸਮੇਂ ਸੰਬੋਧਨ ਕਰਦਿਆਂ ਗੁਟਰੇਜ਼ ਨੇ ਇਹ ਗੱਲ ਕਹੀ ਹੈ ਕਿ ਤਕਰੀਬਨ 3.3 ਅਰਬ ਲੋਕ ਦੁਨੀਆ ਦੀ ਤਕਰੀਬਨ ਅੱਧੀ ਆਬਾਦੀ ਜਿਹੜੀ ਹੈ ਉਹ ਅਜਿਹੇ ਮੁਲਕਾਂ ਦੇ ਵਿੱਚ ਰਹਿੰਦੀ ਹੈ ਜੋ ਸਿੱਖਿਆ ਜਾਂ ਸਿਹਤ ਨਾਲ ਵੱਧ ਰਕਮ ਜਿਹੜੀ ਆ ਉਹ ਕਰਜ਼ਿਆਂ ਦੇ ਵਿਆਜ ਦੇ ਉੱਤੇ ਖਰਚ ਕਰਦੀ ਹੈ। ਉਹਨਾਂ ਕਿਹਾ ਕਿ ਸਾਡੀ ਅੱਧੀ ਦੁਨੀਆ ਭਿਆਨਕ ਕਰਜ਼ਾ ਸੰਕਟ ਕਰਕੇ ਵਿਕਾਸ ਦੀ ਆਫਤ ਦੇ ਵਿੱਚ ਡੁੱਬ ਰਹੀ ਹੈ। ਉਹਨੇ ਵੀ ਕਿਹਾ ਕਿ ਕਿਉਂਕਿ ਇਹਨਾਂ ਚੋਂ ਵਧੇਰੇ ਅਸਥਿਰ ਕਰਜ਼ੇ ਗਰੀਬ ਦੇਸ਼ਾਂ ਦੇ ਵਿੱਚ ਕੇਂਦਰਿਤ ਨੇ, ਇਸ ਕਰਕੇ ਇਹਨਾਂ ਨੂੰ ਆਲਮੀ ਵਿੱਤੀ ਪ੍ਰਣਾਲੀ ਦੇ ਲਈ ਇੱਕ ਜੋਖਮ ਪੈਦਾ ਕਰਨ ਵਾਲਾ ਸੰਕਟ ਜਿਹੜਾ ਉਹ ਨਹੀਂ ਕਦੇ ਵੀ ਨਹੀਂ ਮੰਨਿਆ ਜਾਂਦਾ। ਉਹਨਾਂ ਨੇ ਕਿਹਾ ਕਿ ਇਹ ਬੜੀ ਸਾਡੇ ਲਈ ਤਰਾਸਦੀ ਦੀ ਗੱਲ ਹੈ ਕਿ ਸਾਡੀ ਦੁਨੀਆ ਦੇ ਵਿੱਚੋਂ ਅੱਧੀ ਆਬਾਦੀ 3.3 ਅਰਬ ਲੋਕ ਕਰਜ਼ੇ ਦੇ ਨਾਲ ਜੂਝ ਰਹੇ ਨੇ। ਉਹਨਾਂ ਨੂੰ ਕਰਜ਼ੇ ਦੀਆਂ ਚਿੰਤਾਵਾਂ ਨੇ ਸਿੱਟੇ ਵਜੋਂ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ। ਅਜਿਹਾ ਲੱਗਦਾ ਹੈ ਕਿ ਬਾਜ਼ਾਰ ਨੂੰ ਹੁਣ ਤੱਕ ਇਹਦਾ ਕੋਈ ਨੁਕਸਾਨ ਨਹੀਂ ਹੋਇਆ। ਦੁਨੀਆ ਦੇ ਕੁਝ ਸਭ ਤੋਂ ਗਰੀਬ ਦੇਸ਼ਾਂ ਨੂੰ ਆਪਣਾ ਕਰਜ਼ਾ ਭਰਨ ਜਾਂ ਆਪਣੇ ਲੋਕਾਂ ਦੀ ਸੇਵਾ ਕਰਨ ਦੇ ਵਿੱਚੋਂ ਇੱਕ ਬਦਲ ਚੁਣਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਆਲਮੀ ਵਿੱਤੀ ਪ੍ਰਣਾਲੀ ਐਸੀ ਹੈ ਕਿ ਵੱਡੇ ਸੁਧਾਰ ਰਾਤੋਂ ਰਾਤ ਨਹੀਂ ਹੋਣਗੇ। ਦੁਨੀਆ ਦੇ ਵਿੱਚ ਆਪਾਂ ਜਿੱਥੇ ਜਦੋਂ ਚਰਚਾ ਚੱਲਦੀ ਹੈ ਕਿ ਬੈਸਟ ਕਿਹੜਾ ਸੋਸ਼ਲਿਜ਼ਮ ਜਾਂ ਕੈਪੀਟਲਿਜ਼ਮ, ਤਾਂ ਕੈਪੀਟਲਿਜ਼ਮ ਦੇ ਆਪਣੇ ਜਿਹੜੇ ਫਾਇਦੇ ਨੇ ਨੁਕਸਾਨ ਨੇ, ਸੋਸ਼ਲਿਜ਼ਮ ਦੇ ਆਪਣੇ ਫਾਇਦੇ ਨੁਕਸਾਨ ਨੇ। ਸੋਸ਼ਲਿਜ਼ਮ ਦੀਆਂ ਅੱਡ ਥਿਊਰੀਜ਼ ਨੇ, ਕੈਪੀਟਲਿਜ਼ਮ ਦੀਆਂ ਅੱਡ ਥਿਊਰੀਜ਼ ਨੇ। ਪਰ ਅਸਲ ਦੇ ਵਿੱਚ ਕਹਿੰਦੇ ਕਿ ਜੇ ਤੁਸੀਂ ਮਨੁੱਖਤਾਵਾਦੀ ਹੈ ਤਾਂ ਤੁਹਾਨੂੰ ਦੋਨਾਂ ਚੀਜ਼ਾਂ ਨੂੰ ਛੱਡ ਕੇ ਮਨੁੱਖਤਾ ਨੂੰ ਚੁਣਨਾ ਚਾਹੀਦਾ, ਤੁਹਾਨੂੰ ਇਨਸਾਨੀਅਤ ਨੂੰ ਚੁਣਨਾ ਚਾਹੀਦਾ। ਕਈ ਥਾਂ ਰੱਜਿਆਂ ਨੂੰ ਹੋਰ ਰਜਾਇਆ ਜਾ ਰਿਹਾ, ਭੁੱਖੇ ਹੋਰ ਭੁੱਖੇ ਮਰ ਰਹੇ ਨੇ। ਕਈ ਥਾਂ ਕਰਜ਼ੇ ਇੰਨੇ ਮਹਿੰਗੇ ਨੇ ਕਿ ਕੋਈ ਬੰਦਾ ਨਵਾਂ ਕਾਰੋਬਾਰ ਨਹੀਂ ਕਰ ਸਕਦਾ। ਕਈ ਥਾਂ ਸਬਸਿਡੀਆਂ ਹੀ ਇੰਨੀਆਂ ਨੇ ਕਿ ਜਿਹੜੇ ਰੱਜੇ ਬੰਦੇ ਨੇ ਉਹ ਹੋਰ ਸਬਸਿਡੀਆਂ ਲਈ ਜਾਂਦੇ ਆ, ਹੋਰ ਸਬਸਿਡੀਆਂ ਲਈ ਜਾਂਦੇ ਆ। ਸੋ ਆਲਮੀ ਪੱਧਰ ਦਾ ਹੀ ਇਹ ਕੋਈ ਇੱਕ ਰਾਜ, ਇੱਕ ਸੂਬੇ, ਇੱਕ ਦੇਸ਼ ਦਾ ਸੰਕਟ ਨਹੀਂ ਹੈ ਕਿ ਜਿਵੇਂ ਆਪਾਂ ਭਾਰਤ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਹਾਂ ਕਿ ਉੱਥੋਂ ਦਾ ਕਾਰਪੋਰੇਟ ਵਰਲਡ ਹੈ ਜਿਹੜਾ ਉਹ, ਜਿਵੇਂ ਆਪਾਂ ਬੇਰੁਜ਼ਗਾਰੀ ਦੀ ਗੱਲ ਲੰਘੇ ਪ੍ਰੋਗਰਾਮ ਦੇ ਵਿੱਚ ਕਰਕੇ ਹਟੇ ਹਾਂ, ਤਾਂ ਠੀਕ ਇਸੇ ਤਰ੍ਹਾਂ ਦਾ ਪੈਟਰਨ ਜਿਹੜਾ ਉਹ ਦੁਨੀਆ ਤੇ ਵੀ ਚੱਲ ਰਿਹਾ। ਪੂਰੀ ਦੁਨੀਆ ਦੇ ਉੱਤੇ ਅੱਧੀ ਆਬਾਦੀ ਜਿਹੜੀ ਆ ਉਹ ਰੋਟੀ ਤੋਂ ਵੀ ਮੁਹਤਾਜ ਆ, ਜਦ ਕਿ ਅੱਧੀ ਆਬਾਦੀ ਦੇ ਵਿੱਚੋਂ ਕੁਛ ਚੰਦ ਹਿੱਸਾ ਲੋਕ ਨੇ ਜਿਨ੍ਹਾਂ ਕੋਲੇ ਦੁਨੀਆ ਦਾ ਬਹੁਤ ਵੱਡਾ ਸਰਮਾਇਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਜਿਹੜੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਅੰਟੋਨੀਓ ਗੁਟਰੇਸ ਉਹਨਾਂ ਨੇ ਕਿਹਾ ਕਿ ਜਿਹੜਾ G20 ਸੰਮੇਲਨ ਕਰਜ਼ਾ ਰਾਹਤ ਤੇ ਕਾਰਵਾਈ ਕਰਨ ਤੇ ਹੋ ਰਿਹਾ ਤੇ ਇਹ ਆਲਮੀ ਵਿੱਤੀ ਪ੍ਰਣਾਲੀ ਦੇ ਵਿੱਚ ਸੁਧਾਰ ਕਰਨ ਦਾ ਵੱਡਾ ਮੌਕਾ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਗੰਭੀਰ ਕਰਜ਼ਾ ਸੰਕਟ ਆ ਜਿਹੜਾ ਇਸ ਵੇਲੇ ਦੁਨੀਆ ਤੇ ਛਾਇਆ ਹੋਇਆ। ਆਲਮੀ ਕਰਜ਼ਿਆਂ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਜਾਰੀ ਹੋਣ ਸਮੇਂ ਸੰਬੋਧਨ ਕਰਦਿਆਂ ਗੁਟਰੇਜ਼ ਨੇ ਇਹ ਗੱਲ ਕਹੀ ਹੈ ਕਿ ਤਕਰੀਬਨ 3.3 ਅਰਬ ਲੋਕ ਦੁਨੀਆ ਦੀ ਤਕਰੀਬਨ ਅੱਧੀ ਆਬਾਦੀ ਜਿਹੜੀ ਹੈ ਉਹ ਅਜਿਹੇ ਮੁਲਕਾਂ ਦੇ ਵਿੱਚ ਰਹਿੰਦੀ ਹੈ ਜੋ ਸਿੱਖਿਆ ਜਾਂ ਸਿਹਤ ਨਾਲ ਵੱਧ ਰਕਮ ਜਿਹੜੀ ਆ ਉਹ ਕਰਜ਼ਿਆਂ ਦੇ ਵਿਆਜ ਦੇ ਉੱਤੇ ਖਰਚ ਕਰਦੀ ਹੈ। ਉਹਨਾਂ ਕਿਹਾ ਕਿ ਸਾਡੀ ਅੱਧੀ ਦੁਨੀਆ ਭਿਆਨਕ ਕਰਜ਼ਾ ਸੰਕਟ ਕਰਕੇ ਵਿਕਾਸ ਦੀ ਆਫਤ ਦੇ ਵਿੱਚ ਡੁੱਬ ਰਹੀ ਹੈ। ਉਹਨੇ ਵੀ ਕਿਹਾ ਕਿ ਕਿਉਂਕਿ ਇਹਨਾਂ ਚੋਂ ਵਧੇਰੇ ਅਸਥਿਰ ਕਰਜ਼ੇ ਗਰੀਬ ਦੇਸ਼ਾਂ ਦੇ ਵਿੱਚ ਕੇਂਦਰਿਤ ਨੇ, ਇਸ ਕਰਕੇ ਇਹਨਾਂ ਨੂੰ ਆਲਮੀ ਵਿੱਤੀ ਪ੍ਰਣਾਲੀ ਦੇ ਲਈ ਇੱਕ ਜੋਖਮ ਪੈਦਾ ਕਰਨ ਵਾਲਾ ਸੰਕਟ ਜਿਹੜਾ ਉਹ ਨਹੀਂ ਕਦੇ ਵੀ ਨਹੀਂ ਮੰਨਿਆ ਜਾਂਦਾ। ਉਹਨਾਂ ਨੇ ਕਿਹਾ ਕਿ ਇਹ ਬੜੀ ਸਾਡੇ ਲਈ ਤਰਾਸਦੀ ਦੀ ਗੱਲ ਹੈ ਕਿ ਸਾਡੀ ਦੁਨੀਆ ਦੇ ਵਿੱਚੋਂ ਅੱਧੀ ਆਬਾਦੀ 3.3 ਅਰਬ ਲੋਕ ਕਰਜ਼ੇ ਦੇ ਨਾਲ ਜੂਝ ਰਹੇ ਨੇ। ਉਹਨਾਂ ਨੂੰ ਕਰਜ਼ੇ ਦੀਆਂ ਚਿੰਤਾਵਾਂ ਨੇ ਸਿੱਟੇ ਵਜੋਂ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ। ਅਜਿਹਾ ਲੱਗਦਾ ਹੈ ਕਿ ਬਾਜ਼ਾਰ ਨੂੰ ਹੁਣ ਤੱਕ ਇਹਦਾ ਕੋਈ ਨੁਕਸਾਨ ਨਹੀਂ ਹੋਇਆ। ਦੁਨੀਆ ਦੇ ਕੁਝ ਸਭ ਤੋਂ ਗਰੀਬ ਦੇਸ਼ਾਂ ਨੂੰ ਆਪਣਾ ਕਰਜ਼ਾ ਭਰਨ ਜਾਂ ਆਪਣੇ ਲੋਕਾਂ ਦੀ ਸੇਵਾ ਕਰਨ ਦੇ ਵਿੱਚੋਂ ਇੱਕ ਬਦਲ ਚੁਣਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਆਲਮੀ ਵਿੱਤੀ ਪ੍ਰਣਾਲੀ ਐਸੀ ਹੈ ਕਿ ਵੱਡੇ ਸੁਧਾਰ ਰਾਤੋਂ ਰਾਤ ਨਹੀਂ ਹੋਣਗੇ। ਦੁਨੀਆ ਦੇ ਵਿੱਚ ਆਪਾਂ ਜਿੱਥੇ ਜਦੋਂ ਚਰਚਾ ਚੱਲਦੀ ਹੈ ਕਿ ਬੈਸਟ ਕਿਹੜਾ ਸੋਸ਼ਲਿਜ਼ਮ ਜਾਂ ਕੈਪੀਟਲਿਜ਼ਮ, ਤਾਂ ਕੈਪੀਟਲਿਜ਼ਮ ਦੇ ਆਪਣੇ ਜਿਹੜੇ ਫਾਇਦੇ ਨੇ ਨੁਕਸਾਨ ਨੇ, ਸੋਸ਼ਲਿਜ਼ਮ ਦੇ ਆਪਣੇ ਫਾਇਦੇ ਨੁਕਸਾਨ ਨੇ। ਸੋਸ਼ਲਿਜ਼ਮ ਦੀਆਂ ਅੱਡ ਥਿਊਰੀਜ਼ ਨੇ, ਕੈਪੀਟਲਿਜ਼ਮ ਦੀਆਂ ਅੱਡ ਥਿਊਰੀਜ਼ ਨੇ। ਪਰ ਅਸਲ ਦੇ ਵਿੱਚ ਕਹਿੰਦੇ ਕਿ ਜੇ ਤੁਸੀਂ ਮਨੁੱਖਤਾਵਾਦੀ ਹੈ ਤਾਂ ਤੁਹਾਨੂੰ ਦੋਨਾਂ ਚੀਜ਼ਾਂ ਨੂੰ ਛੱਡ ਕੇ ਮਨੁੱਖਤਾ ਨੂੰ ਚੁਣਨਾ ਚਾਹੀਦਾ, ਤੁਹਾਨੂੰ ਇਨਸਾਨੀਅਤ ਨੂੰ ਚੁਣਨਾ ਚਾਹੀਦਾ। ਕਈ ਥਾਂ ਰੱਜਿਆਂ ਨੂੰ ਹੋਰ ਰਜਾਇਆ ਜਾ ਰਿਹਾ, ਭੁੱਖੇ ਹੋਰ ਭੁੱਖੇ ਮਰ ਰਹੇ ਨੇ। ਕਈ ਥਾਂ ਕਰਜ਼ੇ ਇੰਨੇ ਮਹਿੰਗੇ ਨੇ ਕਿ ਕੋਈ ਬੰਦਾ ਨਵਾਂ ਕਾਰੋਬਾਰ ਨਹੀਂ ਕਰ ਸਕਦਾ। ਕਈ ਥਾਂ ਸਬਸਿਡੀਆਂ ਹੀ ਇੰਨੀਆਂ ਨੇ ਕਿ ਜਿਹੜੇ ਰੱਜੇ ਬੰਦੇ ਨੇ ਉਹ ਹੋਰ ਸਬਸਿਡੀਆਂ ਲਈ ਜਾਂਦੇ ਆ, ਹੋਰ ਸਬਸਿਡੀਆਂ ਲਈ ਜਾਂਦੇ ਆ। ਸੋ ਆਲਮੀ ਪੱਧਰ ਦਾ ਹੀ ਇਹ ਕੋਈ ਇੱਕ ਰਾਜ, ਇੱਕ ਸੂਬੇ, ਇੱਕ ਦੇਸ਼ ਦਾ ਸੰਕਟ ਨਹੀਂ ਹੈ ਕਿ ਜਿਵੇਂ ਆਪਾਂ ਭਾਰਤ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਹਾਂ ਕਿ ਉੱਥੋਂ ਦਾ ਕਾਰਪੋਰੇਟ ਵਰਲਡ ਹੈ ਜਿਹੜਾ ਉਹ, ਜਿਵੇਂ ਆਪਾਂ ਬੇਰੁਜ਼ਗਾਰੀ ਦੀ ਗੱਲ ਲੰਘੇ ਪ੍ਰੋਗਰਾਮ ਦੇ ਵਿੱਚ ਕਰਕੇ ਹਟੇ ਹਾਂ, ਤਾਂ ਠੀਕ ਇਸੇ ਤਰ੍ਹਾਂ ਦਾ ਪੈਟਰਨ ਜਿਹੜਾ ਉਹ ਦੁਨੀਆ ਤੇ ਵੀ ਚੱਲ ਰਿਹਾ। ਪੂਰੀ ਦੁਨੀਆ ਦੇ ਉੱਤੇ ਅੱਧੀ ਆਬਾਦੀ ਜਿਹੜੀ ਆ ਉਹ ਰੋਟੀ ਤੋਂ ਵੀ ਮੁਹਤਾਜ ਆ,
ਜਦ ਕਿ ਅੱਧੀ ਆਬਾਦੀ ਦੇ ਵਿੱਚੋਂ ਕੁਝ ਚੰਦ ਹਿੱਸਾ ਲੋਕ ਨੇ ਜਿਨ੍ਹਾਂ ਕੋਲੇ ਦੁਨੀਆ ਦਾ ਬਹੁਤ ਵੱਡਾ ਸਰਮਾਇਆ। ਜੀ।